हाँ हाँ ठीक है, रेडी है। सत श्री अकाल, फास्टवे न्यूज़ देख रहे ਸਾਰੇ ਦਰਸ਼ਕਾਂ ਦਾ ਸਵਾਗਤ। मैं ਹਾਂ ਜਸਮੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ। ਖੇਤੀ ਐਕਟਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਜਾਰੀ। ਹਰਿਆਣਾ ਦੇ ਕਿਸਾਨਾਂ ਦੇ ਨਾਲ ਇਕਜੁੱਟਤਾ ਦਿਖਾਉਣ ਦੇ ਲਈ ਅੱਜ ਰਹੇਗਾ ਚੱਕਾ ਜਾਮ। ਕੇਂਦਰ ਦੇ ਨਾਲ ਨਹੀਂ ਹੋਵੇਗੀ ਕੋਈ ਗੱਲਬਾਤ। ਸੰਘਰਸ਼ ਦਾ ਰਸਤਾ ਵੀ ਰਹੇਗਾ ਜਾਰੀ। ਮੋਗਾ 'ਚ ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ। ਪਿਸਤੌਲ ਤੇ ਜ਼ਿੰਦਾ ਕਾਰਤੂਸਾਂ ਸਮੇਤ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ। ਗਿਰੋਹ ਦੇ 6 ਮੈਂਬਰਾਂ ਨੂੰ ਪੁਲਿਸ ਪਹਿਲਾਂ ਹੀ ਕਰ ਚੁੱਕੀ ਹੈ ਗ੍ਰਿਫਤਾਰ। ਸਮਾਜ ਵਿਰੋਧੀ ਅੰਸਰਾਂ ਦੇ ਹੌਸਲੇ ਬੁਲੰਦ। ਲੁਧਿਆਣਾ ਦੇ ਪੌਸ਼ ਇਲਾਕੇ ਦੇ ਵਿੱਚ ਦਿਨ ਦਿਹਾੜੇ ਵਾਰਦਾਤਾਂ। ਗੁਰਦੀਪ ਨਗਰ ਦੇ ਵਿੱਚ ਬਜ਼ੁਰਗ ਜੋੜੇ ਨੂੰ ਬੰਨ੍ਹ ਕੇ ਕੀਤੀ ਲੁੱਟ। ਕਰਨੈਲ ਨਗਰ ਦੇ ਵਿੱਚ ਮਾਂ ਧੀ ਨੂੰ ਕਤਲ ਕਰਨ ਦੀ ਕੋਸ਼ਿਸ਼। ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਹੋਇਆ ਦੇਹਾਂਤ। ਕੁਝ ਦਿਨਾਂ ਤੋਂ ਚੱਲ ਰਹੇ ਸਨ ਬਿਮਾਰ। ਦਿੱਲੀ ਦੇ ਐਸਕॉट ਹਸਪਤਾਲ ਦੇ ਵਿੱਚ ਲਈ ਆਖਰੀ ਸਾਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈਆਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ। ਤੇ ਬੁਲੇਟਿਨ ਦਾ ਆਗਾਜ਼ ਕਰਦੇ ਹਾਂ। ਸੰਸਦ ਦੇ ਵੱਲੋਂ ਪਾਸ ਕੀਤੇ ਗਏ ਖੇਤੀ ਐਕਟ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਹਨਾਂ ਸੰਘਰਸ਼ਾਂ ਦੇ ਵਿੱਚ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਵੱਲੋਂ ਆਪਣਾ ਸਮਰਥਨ ਵੀ ਦਿੱਤਾ ਜਾ ਰਿਹਾ ਹੈ। ਹਰਿਆਣਾ ਦੇ ਵਿੱਚ ਧਰਨਾ ਦੇ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੇ ਵਿਰੋਧ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਨੈਸ਼ਨਲ ਹਾਈਵੇ ਜਾਮ ਕੀਤਾ ਜਾ ਰਿਹਾ ਹੈ ਤੇ ਮਾਮਲੇ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਰਿਆਣਾ ਦੇ ਕਿਸਾਨਾਂ ਦੇ ਨਾਲ ਇਕਜੁੱਟਤਾ ਅਤੇ ਖੇਤੀ ਐਕਟਾਂ ਨੂੰ ਵਾਪਸ ਲੈਣ ਦੀ ਮੰਗ ਤੇ ਕਿਸਾਨ ਜਥੇਬੰਦੀਆਂ ਅੜੀਆਂ ਹੋਈਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਤੱਕ ਇਹ ਐਕਟ ਵਾਪਸ ਨਹੀਂ ਲਿਆ ਜਾਂਦਾ ਉਹਨਾਂ ਸਮਾਂ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਵਕਤ ਪਟਿਆਲਾ ਤੋਂ ਸਾਡੇ ਸਹਿਯੋਗੀ ਪੱਤਰਕਾਰ ਅਨੁਰਾਗ ਸਾਡੇ ਨਾਲ ਲਾਈਵ ਜੁੜੇ ਹੋਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਨੁਰਾਗ, ਅੱਜ ਚੱਕਾ ਜਾਮ ਕੀਤਾ ਗਿਆ ਹੈ ਤੇ ਕਿਸ ਤਰ੍ਹਾਂ ਦੇ ਨਾਲ ਅਸਰ ਇਸ ਦਾ ਦੇਖਣ ਨੂੰ ਮਿਲ ਰਿਹਾ ਹੈ? ਜੀ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਕਿ ਇਸ ਵਕਤ ਜਿਹੜੀਆਂ ਹੈ ਜਥੇਬੰਦੀਆਂ ਵੱਲੋਂ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ। ਇਸ ਦੇ ਚੱਲਦੇ ਅੱਜ 12 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜਾ ਹੈ तमाम ਜਿਹੜੇ ਹਾਈਵੇ ਨੇ ਉਹਨਾਂ ਨੂੰ ਬੰਦ ਕੀਤਾ ਜਾਏਗਾ, ਚੱਕਾ ਜਾਮ ਕੀਤਾ ਜਾਏਗਾ। ਔਰ ਜਿਸ ਤਰ੍ਹਾਂ ਕਿ ਅੱਗੇ ਵੀ ਤੁਸੀਂ ਦੇਖਿਆ ਜਿੰਨੇ ਵੀ ਕਿਸਾਨਾਂ ਵੱਲੋਂ ਕਾਲਸ ਦਿੱਤੀਆਂ ਗਈਆਂ ਉਹਨਾਂ ਦਾ ਲੋਕਾਂ ਨੇ ਵੀ ਸਮਰਥਨ ਕੀਤਾ। ਸੋ ਉਮੀਦ ਹੈ ਕਿ ਅੱਜ ਵੀ ਇਸ ਚੱਕਾ ਜਾਮ ਦਾ ਜਿਹੜਾ ਹੈ ਅਸਰ ਦੇਖਣ ਨੂੰ ਮਿਲੂਗਾ। ਜਿਸ ਤਰ੍ਹਾਂ ਕਿ ਸੰਗਰੂਰ ਰੋਡ ਦੀ ਗੱਲ ਕਰ ਲਈਏ, ਉਧਰੋਂ ਜਾਮ ਹੋ ਜਾਊਗਾ, ਰਾਜਪੁਰਾ ਰੋਡ ਜਾਮ ਹੋ ਜਾਊਗਾ। ਪਹਿਲਾਂ ਹੀ ਟੋਲ ਜਿਹੜਾ ਹੈ ਉੱਥੇ ਬੰਦ ਕਰਵਾ ਦਿੱਤਾ ਗਿਆ ਹੈ। ਉਸ ਤੋਂ ਬਾਅਦ ਜੇਕਰ ਸਮਾਣਾ ਦੀ ਗੱਲ ਕਰ ਲਈਏ, ਨਾਭਾ ਰੋਡ ਕਰ ਲਈਏ, ਇਹ ਸਾਰੇ ਰੋਡ ਜਿਹੜੇ ਅੱਜ ਬੰਦ ਰਹਿਣਗੇ। ਫਿਲਹਾਲ ਜਿਹੜਾ ਇਹ ਵਕਤ ਹੈ 2 ਘੰਟੇ ਦਾ ਦਿੱਤਾ ਗਿਆ। 12 ਵਜੇ ਤੋਂ ਲੈ ਕੇ 2 ਵਜੇ ਤੱਕ ਚੱਕਾ ਜਾਮ ਦੀ ਜਿਹੜੀ ਇਹ ਕਾਲ ਹੈ ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ। ਸੋ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਆਪਣਾ ਰੋਸ਼ ਵੱਖਰੇ ਵੱਖਰੇ ਤਰੀਕੇ ਨਾਲ ਦਰਜ ਕੀਤਾ ਜਾ ਰਿਹਾ, ਅੱਜ ਇਸ ਤਰੀਕੇ ਨੂੰ ਵੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੱਖਰਾ ਤਰੀਕਾ ਹੈ, ਕਿਉਂਕਿ ਇਸ ਤੋਂ ਪਹਿਲਾਂ ਟੋਲ ਜਿਹੜੇ ਹੈਗੇ ਆ ਉਹ ਬੰਦ ਕਰ ਦਿੱਤੇ ਗਏ ਆ। ਜੀਓ ਸਿਮ ਦੀ ਗੱਲ ਕੀਤੀ ਜਾ ਰਹੀ ਹੈ ਔਰ ਕਈ ਥਾਵਾਂ ਤੇ ਤੁਸੀਂ ਦੇਖਿਆ ਹੋਣਾ ਕਿ ਰਿਲਾਇੰਸ ਦੇ ਜਿਹੜੇ ਟ੍ਰੈਂਡਸ ਨੇ, ਮਾਲ ਨੇ ਕੱਪੜੇ ਦੇ, ਉਹਨਾਂ ਨੂੰ ਵੀ ਬੰਦ ਕੀਤਾ ਗਿਆ। ਸੋ ਇਸ ਤਰ੍ਹਾਂ ਕਿਤੇ ਨਾ ਕਿਤੇ ਅਸਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਉਸੇ ਕੜੀ ਦੇ ਵਿੱਚ ਜੇਕਰ ਕਹਿ ਲਈਏ ਕਿ ਅੱਜ ਚੱਕਾ ਜਾਮ ਵਾਲੀ ਜਿਹੜੀ ਕਾਰਵਾਈ ਹੈ ਕੀਤੀ ਜਾਏਗੀ। ਜੀ ਤੇ ਅਨੁਰਾਗ, ਜਿਸ ਤਰ੍ਹਾਂ ਦੇ ਨਾਲ ਕਿਸਾਨ ਜਥੇਬੰਦੀਆਂ ਆਪਣੀ ਇਕਜੁੱਟਤਾ ਦਿਖਾਉਣ ਦੇ ਲਈ ਅੱਗੇ ਆ ਰਹੀਆਂ ਨੇ, ਤਾਂ ਹੋਰ ਕੀ ਕੁਝ ਰਣਨੀਤੀ ਜਿਹੜੀ ਉਹਨਾਂ ਵੱਲੋਂ ਘੜੀ ਗਈ ਹੈ? ਕਿਉਂਕਿ ਜਿਹੜਾ ਚੱਕਾ ਜਾਮ ਕੀਤਾ ਜਾ ਰਿਹਾ ਤਾਂ ਜੋ ਹਰਿਆਣਾ ਦੇ ਵਿੱਚ ਜਿਹੜੇ ਕਿਸਾਨਾਂ ਤੇ ਮਾਮਲੇ ਦਰਜ ਕੀਤੇ ਗਏ ਨੇ ਉੱਥੋਂ ਦੀ ਸਰਕਾਰ ਦੇ ਵੱਲੋਂ, ਤਾਂ ਉਹਨਾਂ ਨੂੰ ਰੱਦ ਕਰਵਾਇਆ ਜਾ ਸਕੇ ਕਿਸੇ ਤਰੀਕੇ। ਤਾਂ ਕੀ ਰਣਨੀਤੀ ਹੋਰ ਜਿਹੜੀ ਘੜੀ ਗਈ ਹੈ ਤਾਂ ਜੋ ਸਰਕਾਰ ਨੂੰ ਜਗਾਇਆ ਜਾ ਸਕੇ ਕਿਸਾਨਾਂ ਦੇ ਵੱਲੋਂ ਜੋ ਰਣਨੀਤੀ ਤਿਆਰ ਕੀਤੀ? ਬਿਲਕੁਲ, ਅਸਲ ਦੇ ਵਿੱਚ ਇਸ ਤਰ੍ਹਾਂ ਜੀ ਕੀਤਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਜਿਹੜਾ ਹੈ
ਮਾਮਲੇ ਦੇ ਉੱਤੇ ਕਿਸਾਨ ਲੀਡਰ ਜਾਂ ਫਿਰ ਕਿਸਾਨ ਦੇ ਖਿਲਾਫ ਵੀ ਅੱਜ ਆਗਾਜ਼ ਕੀਤਾ ਗਿਆ। ਔਰ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਰਣਨੀਤੀ ਜਿਹੜੀ ਹੈ ਉਹ ਬੜੇ ਸੁਚੱਜੇ ਢੰਗ ਨਾਲ ਤਿਆਰ ਕੀਤੀ ਜਾਂਦੀ ਹੈ। ਲੀਡਰਸ਼ਿਪ ਬੈਠ ਕੇ ਰਣਨੀਤੀ ਤਿਆਰ ਕਰਦੀ ਹੈ। ਜਿਸ ਤਰ੍ਹਾਂ ਕਿ ਅੱਜ 12 ਤੋਂ 2 ਦੀ ਕਾਲ ਦਿੱਤੀ ਗਈ ਹੈ, ਉਸ ਤੋਂ ਬਾਅਦ ਇਹ ਰਣਨੀਤੀ ਤੈਅ ਕੀਤੀ ਜਾਊਗੀ, ਫਿਰ ਉਸ ਨੂੰ ਅੱਗੇ ਮੀਡੀਆ ਦੇ ਵਿੱਚ ਰੱਖਿਆ ਜਾਊਗਾ ਜਾਂ ਆਮ ਲੋਕਾਂ ਤੱਕ ਉਸ ਨੂੰ ਪਹੁੰਚਾਇਆ ਜਾਏਗਾ। ਸੋ ਬੈਠ ਕੇ ਮੀਟਿੰਗ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਰਣਨੀਤੀ ਤੈਅ ਕਰਦੇ ਹਾਂ। ਜਿਸ ਤਰ੍ਹਾਂ ਹੀ ਰਣਨੀਤੀ ਤੈਅ ਹੋਏਗੀ ਜ਼ਰੂਰ ਜਾਣਕਾਰੀ ਦਿੱਤੀ ਜਾਊਗੀ। ਫਿਲਹਾਲ ਅੱਜ ਦੀ ਜਿਹੜੀ ਰਣਨੀਤੀ ਮੇਨ ਦੇਖਣ ਨੂੰ ਮਿਲ ਰਹੀ ਹੈ ਉਹ 12 ਵਜੇ ਤੋਂ 2 ਵਜੇ ਤੱਕ ਦੀ ਹੈ। ਉਸ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਔਰ ਕਿਸਾਨ ਜਥੇਬੰਦੀਆਂ ਵੱਲੋਂ ਜਿਸ ਤਰ੍ਹਾਂ ਕਿ ਪਹਿਲਾਂ ਵੀ ਆਪਣੇ ਜਿੰਨੇ ਵੀ ਧਰਨੇ ਜਾਂ ਕੋਈ ਕਾਲਸ ਦਿੱਤੀਆਂ ਗਈਆਂ ਉਹਨਾਂ ਨੂੰ ਮੁਕੰਮਲ ਤੌਰ ਤੇ ਜਿਹੜਾ ਹੈ ਇੰਪਲੀਮੈਂਟ ਕਰਵਾਇਆ ਗਿਆ। ਸੋ ਇਸ ਚੱਕਾ ਜਾਮ ਨੂੰ ਵੀ ਲੱਗਦਾ ਕਿ ਵੱਡੇ ਪੱਧਰ ਤੇ ਜਿਹੜੀ ਹੈ ਕਾਮਯਾਬੀ ਮਿਲ ਸਕਦੀ ਹੈ। ਜੀ अनुराग, बहुत बहुत शुक्रिया तमाम जानकारी के लिए। नज़र बनाए रखो इस पूरी खबर के उत्ते। तां ਚੱਕਾ ਜਾਮ ਇਸ ਦੀ ਕਾਲ ਦਿੱਤੀ ਗਈ ਹੈ ਤਾਂ ਜੋ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਕਿਸਾਨਾਂ ਤੇ ਮਾਮਲੇ ਦਰਜ ਕੀਤੇ ਗਏ ਨੇ, ਸੰਘਰਸ਼ ਦੀ ਰਾਹ ਤੇ ਜਿਹੜੇ ਕਿਸਾਨ ਨੇ ਉਹਨਾਂ ਤੇ ਮਾਮਲੇ ਦਰਜ ਕੀਤੇ ਗਏ ਨੇ, ਉਹਨਾਂ ਨੂੰ ਰੱਦ ਕਰਵਾਇਆ ਜਾ ਸਕੇ। 12 ਤੋਂ ਲੈ ਕੇ 2 ਵਜੇ ਤੱਕ ਦੀ ਕਾਲ ਜਿਹੜੀ ਦਿੱਤੀ ਗਈ ਹੈ, ਨੈਸ਼ਨਲ ਹਾਈਵੇ ਜਾਮ ਕਰਨ ਦੀ ਗੱਲ ਆਖੀ ਗਈ ਹੈ ਤੇ ਕਿਤੇ ਨਾ ਕਿਤੇ ਉਹਨਾਂ ਰਾਹਗੀਰਾਂ ਦੇ ਉੱਤੇ ਵੀ ਇਸ ਦਾ ਅਸਰ ਪੈ ਸਕਦਾ ਹੈ ਜੋ ਕਿ ਅੱਜ ਸੋਚ ਰਹੇ ਨੇ ਕਿਸੇ ਦੂਸਰੀ ਸਟੇਟ ਦੇ ਵਿੱਚ ਜਾਣ ਦੀ ਜਾਂ ਕਿਤੇ ਟਰੈਵਲ ਕਰਨ ਦੀ ਸੋਚ ਰਹੇ ਨੇ, ਤਾਂ ਉਹਨਾਂ ਨੂੰ ਥੋੜੀ ਦਿੱਕਤ ਆ ਸਕਦੀ ਹੈ। ਚੱਕਾ ਜਾਮ ਦੀ ਕਾਲ ਜਿਹੜੀ 12 ਤੋਂ ਲੈ ਕੇ 2 ਵਜੇ ਤੱਕ ਕਿਸਾਨਾਂ ਵੱਲੋਂ ਦਿੱਤੀਆਂ ਗਈਆਂ। ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਵੀਰਵਾਰ ਨੂੰ ਦਿੱਲੀ ਦੇ ਵਿੱਚ ਦੇਹਾਂਤ ਹੋ ਗਿਆ। ਦੱਸਦੀਏ ਉਹ 74 ਸਾਲਾਂ ਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਦਿੱਲੀ ਦੇ ਐਸਕॉट ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸਨ। ਇਸ ਦੀ ਜਾਣਕਾਰੀ ਉਹਨਾਂ ਦੇ ਬੇਟੇ ਚਿਰਾਗ ਪਾਸਵਾਨ ਨੇ ਟਵਿੱਟਰ ਜ਼ਰੀਏ ਦਿੱਤੀ ਹੈ। ਦੱਸਦੀਏ ਕਿ ਰਾਮ ਵਿਲਾਸ ਪਾਸਵਾਨ ਦੇਸ਼ ਦੇ ਬੇਹੱਦ ਅਨੁਭਵੀ ਨੇਤਾਵਾਂ ਦੇ ਵਿੱਚੋਂ ਇੱਕ ਸਨ, ਜਿਹੜੇ ਕਿ 9 ਵਾਰ ਲੋਕ ਸਭਾ ਤੇ 2 ਵਾਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਨੇ। ਰਾਮ ਵਿਲਾਸ ਪਾਸਵਾਨ ਦੇ ਦੇਹਾਂਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਸਵਾਨ ਦੇ ਦੇਹਾਂਤ ਤੇ ਦੁੱਖ ਜਤਾਇਆ। ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਤੇ ਖੇਤੀ ਕਾਨੂੰਨ ਦੇ ਖਿਲਾਫ ਕਿਸਾਨਾਂ ਵੱਲੋਂ ਲਗਾਤਾਰ ਰਿਲਾਇੰਸ ਦੇ ਪੈਟਰੋਲ ਪੰਪ ਬੰਦ ਕਰਵਾਏ ਜਾ ਰਹੇ ਨੇ। ਇਸ ਤੇ ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਰੋਜ਼ਾਨਾ 80 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨੂੰ ਮੰਨਿਆ ਨਹੀਂ ਜਾਂਦਾ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਪੰਜਾਬ ਦੇ ਵਿੱਚ ਰਿਲਾਇੰਸ ਦੇ 80 ਦੇ ਕਰੀਬ ਪੰਪ ਨੇ ਜਿਨ੍ਹਾਂ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਸਰ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ, ਮੋਦੀ ਸਾਹਿਬ ਨੂੰ ਬਿੱਲ ਵਾਪਸ ਕਰ ਲੈਣੇ ਚਾਹੀਦੇ ਆ ਤੇ ਆ ਧਰਨੇ ਖਤਮ ਹੋਣੇ ਚਾਹੀਦੇ। ਅੱਜ ਤੀਸਰਾ ਦਿਨ ਆ ਸਾਡੇ ਪੈਟਰੋਲ ਪੰਪ ਦਾ, 3 ਦਿਨ ਤੋਂ ਬੰਦ ਹੈ, ਬਿਲਕੁਲ ਸੇਲ ਬੰਦ ਹੈਗੀ ਟੋਟਲੀ। ਸਰ ਰੋਜ਼ਾਨਾ ਕਿੰਨੀ ਸੇਲ ਹੋ ਜਾਂਦੀ ਸੀ ਇਸ ਪੰਪ 'ਤੇ? ਸੇਲ ਸਾਡੀ ਡੇਲੀ ਦੀ ਸੇਲ 1 ਲੱਖ ਰੁਪਏ ਹੈਗੀ ਆ ਤੇ ਹੁਣ ਤੱਕ ਤਾਂ ਸਾਨੂੰ 3 ਲੱਖ ਦਾ ਘਾਟਾ ਪੈ ਗਿਆ ਜੀ। ਤੁਸੀਂ ਅਸੀਂ ਕਹਿਣਾ ਕੀ ਆ, ਸਾਡਾ ਕੁਛ ਮੁੱਲ ਨਹੀਂ ਲੱਗ ਰਿਹਾ। ਕੱਲ ਅਸੀਂ ਝੋਨਾ ਖੜਿਆ ਵਾ, ਉਹਦਾ ਕੋਈ ਰੇਟ ਨਹੀਂ ਲਿਆ, ਭਰ ਲਿਆ ਵਾ, ਸਾਡੀ ਕੋਈ ਸੁਣਾਈ ਨਹੀਂ ਹੋ ਰਹੀ। ਆਹ ਪੰਪ 'ਤੇ ਬੈਠੇ ਆ, ਸਾਡੇ ਜੋ ਜਿਨਸਾਂ ਦਾ ਰੇਟ ਆ ਕੋਈ ਸਾਨੂੰ ਨਹੀਂ ਮਿਲ ਰਿਹਾ। ਉਥੇ ਮੁੱਖ ਮੰਤਰੀ ਦੇ ਨਿੱਜੀ ਫਾਰਮ ਦਾ ਘਿਰਾਓ ਕਰਨ ਦਾ ਯਤਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਆਮ ਆਦਮੀ ਪਾਰਟੀ ਦੇ 9 ਵਿਧਾਇਕਾਂ ਨੂੰ ਖਰੜ ਦੇ ਰੈਸਟ ਹਾਊਸ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਪਰ 1 ਘੰਟੇ ਬਾਅਦ ਇਹਨਾਂ ਲੋਕਾਂ ਨੂੰ ਰਿਹਾ ਵੀ ਕਰ ਦਿੱਤਾ ਗਿਆ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਜ਼ੀਫਾ ਘੁਟਾਲਾ ਤੇ ਖੇਤੀ ਐਕਟ ਦੇ ਵਿਰੋਧ ਵਿੱਚ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦਾ ਘਿਰਾਓ ਕੀਤਾ ਸੀ, ਪਰ ਪੰਜਾਬ ਦੇ ਵਿੱਚ ਜੰਗਲ ਰਾਜ ਹੋਣ ਦੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਚੀਮਾ ਨੇ ਇਹ ਸਾਫ਼ ਕੀਤਾ ਹੈ ਕਿ ਜਦ ਤੱਕ ਵਜ਼ੀਫਾ ਘੁਟਾਲੇ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਉਹ ਸੰਘਰਸ਼ ਕਰਦੇ ਰਹਿਣਗੇ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੀ ਜੰਮ ਕੇ ਨਿਸ਼ਾਨੇ ਸਾਧੇ ਗਏ ਨੇ। ਸਾਧੂ ਸਿੰਘ ਧਰਮਸੋਤ ਜਿਹਨੇ ਬਹੁਤ ਵੱਡਾ ਸਕੈਮ, ਜਿਹਨੇ 9 ਲੱਖ ਵਿਦਿਆਰਥੀਆਂ ਦਾ ਵਜ਼ੀਫਾ ਖਾਧਾਗਾ, ਉਹਨੂੰ ਤੁਰੰਤ ਡਿਸਮਿਸ ਕੀਤਾ ਜਾਵੇ। ਤੁਰੰਤ ਇਸ ਕੇਸ ਦੀ ਜਿਹੜੀ ਜਾਂਚ ਆ ਸੀਬੀਆਈ ਨੂੰ ਸੌਂਪੀ ਜਾਵੇ। ਤੁਰੰਤ ਉਸ ਜਾਂਚ ਦੀ ਨਿਗਰਾਨੀ ਕਰਨ ਲਈ ਹਾਈ ਕੋਰਟ ਦੇ ਜੱਜ ਨੂੰ ਅਪਾਇੰਟ ਕੀਤਾ ਜਾਵੇ। ਔਰ ਦੂਜੀ ਸਾਡੀ ਮੰਗ ਆ ਕਿ ਸਾਰੀਆਂ ਕਿਸਾਨ ਜਥੇਬੰਦੀਆਂ, ਸਾਰੀਆਂ ਰਾਜਸੀ ਪਾਰਟੀਆਂ, ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨ ਦੀ ਤੁਰੰਤ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਮੀਟਿੰਗ ਸੱਦੀ ਜਾਵੇ। ਮੈਰਾਥਨ ਮੀਟਿੰਗ ਹੋਵੇ, 2 ਦਿਨ ਮੀਟਿੰਗ ਚੱਲੇ। ਉਸ ਤੋਂ ਬਾਅਦ ਜਿਹੜਾ ਹੈਗਾ ਪੰਜਾਬ ਵਿਧਾਨ ਸਭਾ ਦਾ ਇਹਨਾਂ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਸੈਸ਼ਨ ਸੱਦਿਆ ਜਾਵੇ ਤਾਂ ਕਿ ਇਹਨਾਂ ਬਿੱਲਾਂ ਨੂੰ ਰੱਦ ਕਰ ਸਕੀਏ। ਤੇ ਉੱਥੇ ਦੂਜੇ ਪਾਸੇ ਸਾਧੂ ਸਿੰਘ ਧਰਮਸੋਤ ਡੇਰਾਬੱਸੀ ਵਿਖੇ ਦੌਰਾ ਕਰਦੇ ਹੋਏ ਨਜ਼ਰ ਆਏ ਨੇ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 2 ਅਕਤੂਬਰ ਤੋਂ ਸ਼ੁਰੂ ਹੋਏ ਜੰਗਲੀ ਜੀਵ ਸੁਰੱਖਿਆ ਸਪਤਾਹ ਦੇ ਅਧੀਨ ਛਤਬੀੜ ਚਿੜੀਆ ਘਰ ਜ਼ੀਰਕਪੁਰ ਦੇ ਵਿੱਚ ਇਹ
ਹਫਤਾ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਵਿੱਚ ਕੋਰੋਨਾ ਮਹਾਮਾਰੀ ਦੇ ਕਰਕੇ ਆਨਲਾਈਨ ਪ੍ਰੋਗਰਾਮ ਰੱਖੇ ਗਏ ਸਨ ਅਤੇ ਇਸ ਪ੍ਰੋਗਰਾਮ ਦੇ ਆਖਰੀ ਦਿਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਦੇਖੋ, ਜਿੱਥੇ ਇਨਸਾਨ ਆਪਣੇ ਵਾਸਤੇ ਕਰਦਾ ਹੈ, ਵਾਈਲਡ ਲਾਈਫ ਵਾਸਤੇ ਵੀ ਸਾਨੂੰ ਬਹੁਤ ਜ਼ਰੂਰੀ ਹੈ। ਇਹ ਸਾਰਾ ਸੰਸਾਰ ਰਚਿਆ ਔਰ ਸਾਰਿਆਂ ਦਾ ਜਿਹੜਾ ਮੁਤਬਰ ਹੈ ਇਨਸਾਨ ਹੈ। ਮੁਤਬਰ ਇਨਸਾਨ ਹੈ ਤਾਂ ਫਿਰ ਸਾਰਿਆਂ ਦਾ ਖਿਆਲ ਰੱਖਣਾ ਵੀ ਇਹਦਾ ਹੀ ਫਰਜ਼ ਹੈ। ਸੋ ਇਹ ਡਿਪਾਰਟਮੈਂਟ ਬਣੇ ਹੈ ਪੂਰੀ ਦੁਨੀਆ 'ਚ, ਇਹਨਾਂ ਦੀ ਕੇਅਰ ਕਰਨਾ ਸਾਡਾ ਫਰਜ਼ ਹੈ ਔਰ ਅਸੀਂ ਆਪਣੇ ਤੌਰ ਤੇ ਲੱਗੇ ਹੋਏ ਹਾਂ ਔਰ ਸਾਡੇ ਸਾਰੇ ਡਿਪਾਰਟਮੈਂਟ ਅੱਛੇ ਤੌਰ ਤੇ, ਮੈਨੂੰ ਲੱਗਦਾ ਕਿ ਜਿੰਨਾ 3-4 ਸਾਲ 'ਚ ਕੰਮ ਹੋਇਆ ਕਦੇ ਨਹੀਂ। ਬੀਤੇ ਕੱਲ ਇੱਕ ਖਬਰ ਆਈ ਸੀ ਕਿ ਅਵਾਰਾ ਕੁੱਤਿਆਂ ਨੇ ਇੱਕ ਬਜ਼ੁਰਗ ਮਹਿਲਾ ਨੂੰ ਨੋਚ ਕੇ ਮਾਰ ਸੁੱਟਿਆ ਤੇ ਪਾਲਤੂ ਕੁੱਤਿਆਂ ਦੇ ਮਾਲਕਾਂ ਦੇ ਧਿਆਨ ਨਾ ਰੱਖਣ ਦੇ ਚਲਦਿਆਂ ਹੋਇਆਂ ਇਸ ਵਾਰ ਕੁਝ ਹੋਰ ਵੀ ਨਜ਼ਰ ਆ ਰਿਹਾ। ਦੱਸੀਏ ਕਿ ਇਹੋ ਜਿਹੀ ਘਟਨਾ ਵਾਪਰੀ ਹੈ ਮੋਹਾਲੀ ਦੇ ਫੇਜ਼ 9 ਦੇ ਵਿੱਚ। ਇੱਥੇ ਮਾਰਕੀਟ ਦੇ ਵਿੱਚ ਖਰੀਦਦਾਰੀ ਕਰਨ ਆਈ ਇੱਕ 22 ਸਾਲਾ ਲੜਕੀ ਦਾ ਕੰਨ ਇੱਕ ਬਾਕਸਰ ਨਸਲ ਦੇ ਪਾਲਤੂ ਕੁੱਤੇ ਨੇ ਖਾ ਲਿਆ। ਜਾਣਕਾਰੀ ਮੁਤਾਬਕ ਘਰ ਦੇ ਕੁੱਤੇ ਨੂੰ ਨੌਕਰਾਨੀ ਇਲਾਜ ਦੇ ਲਈ ਲੈ ਕੇ ਆਈ ਸੀ ਅਤੇ ਰੱਸੀ ਛੁਡਾ ਕੇ ਇਹ ਕੁੱਤਾ ਉੱਥੋਂ ਭੱਜ ਗਿਆ ਅਤੇ ਲੜਕੀ ਦੇ ਉੱਤੇ ਹਮਲਾ ਕਰ ਦਿੱਤਾ। ਦੱਸ ਦਈਏ ਕਿ ਲੜਕੀ ਇਸ ਵਕਤ ਨਿੱਜੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਤੇ ਪੁਲਿਸ ਨੇ ਕੁੱਤੇ ਦੇ ਮਾਲਕ ਖਿਲਾਫ ਕਾਰਵਾਈ ਆਰੰਭ ਕਰ ਦਿੱਤੀ ਹੈ। ਫੋਨ ਆਇਆ ਸੀਗਾ ਕਿ ਇੱਦਾਂ ਕਰਕੇ ਲੜਕੀ ਨੂੰ ਇੱਕ ਡੌਗ ਨੇ ਅਟੈਕ ਕਰਤਾ। ਲੜਕੀ ਆਪਣਾ ਸੈਰ ਇੱਥੇ ਜਾ ਰਹੀ ਸੀ ਤੇ ਡੌਗ ਦਾ ਜਿਹੜੇ ਮਾਲਕ ਨੇ ਉਹਨਾਂ ਨੇ ਪਟਾ ਬੰਨਿਆ ਹੋਇਆ ਸੀ ਡੌਗ ਨੂੰ, ਤਾਂ ਉਹਦੀ ਮੇਡ ਸੀਗੀ, ਉਹ ਤੋਂ ਛਡਵਾ ਕੇ ਕੁੱਤਾ ਲੜਕੀ ਨੂੰ ਅਟੈਕ ਕਰ ਲਿਆ ਉਹਨੇ, ਤਾਂ ਉਹਦਾ ਕੰਨ ਉਹਨੇ ਖਾ ਲਿਆ, ਉਹਦਾ ਅੱਧਾ ਕੰਨ। ਕਾਫੀ ਹਾਲਤ ਗੰਭੀਰ ਹੈ। ਹਾਂਜੀ, ਕੰਨ ਤਾਂ ਖਾਧਾ ਹੀ ਉਹਦਾ ਹੀ, ਮਤਲਬ ਕਿ ਲੱਥ ਕੇ ਥੱਲੇ ਉਹਦੀ ਕੰਨ ਲੱਥਿਆ ਹੋਇਆ ਉਹਦਾ, ਤੇ ਉਹਨੂੰ ਇਲਾਜ ਦੇ ਵਿੱਚ ਇਲਾਜ ਕਰਾ ਰਿਹਾ ਉਹਦਾ। ਲੜਕੀ ਦੇ ਪਿਤਾ ਵੱਲੋਂ ਕੰਪਲੇਂਟ ਕੀਤੀ ਗਈ ਆ, ਹੁਣ ਤੁਸੀਂ ਇਹਦੇ ਖਿਲਾਫ ਬਣਦੀ ਕਾਰਵਾਈ ਕਰੇਂਗੇ? ਉਹ ਤਾਂ ਕਾਰਵਾਈ ਹੋਏਗੀ, ਅਸੀਂ ਕਰਾਂਗੇ। ਲੱਗਦਾ ਤੁਹਾਨੂੰ ਜਿਸ ਤਰ੍ਹਾਂ ਕੁੱਤਾ ਲੈ ਕੇ ਆਏ ਨੇ ਉਹਨੂੰ ਮੂੰਹ ਦੇ ਉੱਤੇ ਉਹਦੇ ਮਾਸਕ ਲੱਗਣਾ ਚਾਹੀਦਾ ਸੀ, ਕਿਉਂਕਿ ਤਾਂ ਕਿ ਸਿੱਕਲੀ ਲੱਗਣੀ ਹੋਣੀ ਚਾਹੀਦੀ ਤਾਂ ਕਿ ਇਸ ਤਰ੍ਹਾਂ ਜੇਕਰ ਮਾਰਕੀਟ ਘੁੰਮੇ ਹੋਰ ਕਿਸੇ ਇਸ ਤਰ੍ਹਾਂ ਹਾਦਸੇ ਦਾ ਸ਼ਿਕਾਰ ਨਾ ਹੋ। ਨਹੀਂ, ਪ੍ਰੀਕਾਸ਼ਨ ਤਾਂ ਹੁੰਦੇ ਜੀ, ਲੈਣੇ ਚਾਹੀਦੇ। ਆਪਾਂ ਅਣਗਹਿਲੀ ਆ ਉਹਨਾਂ ਦੀ, ਬਸ ਗੱਲ ਮੰਨਦੇ ਹਾਂ। ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਨੌਜਵਾਨ ਭਾਰਤ ਸਭਾ ਦੇ ਵੱਲੋਂ ਕਿਸਾਨ ਵਿਰੋਧੀ ਐਕਟ ਦੇ ਵਿਰੋਧ 'ਚ ਫਾਜ਼ਿਲਕਾ ਦੇ ਸਾਬਕਾ ਭਾਜਪਾ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਆਗੂ ਨੇ ਕਿਹਾ ਕਿ ਵੱਖ-ਵੱਖ ਖੇਤੀ ਐਕਟਾਂ ਦੇ ਵਿਰੋਧ ਦੇ ਵਿੱਚ ਭਾਜਪਾ ਵਿਧਾਇਕਾਂ ਤੇ ਮੰਤਰੀਆਂ ਦੇ ਦਫ਼ਤਰਾਂ ਤੇ ਕੋਠੀਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਇੱਥੇ ਸੁਰਜੀਤ ਕੁਮਾਰ ਜਿਆਣੀ ਦੇ ਘਰ ਦਫ਼ਤਰ ਦਾ ਘਿਰਾਓ ਕੀਤਾ ਗਿਆ ਤੇ ਉਸ ਮੌਕੇ ਦੇ ਉੱਤੇ ਸੁਰਜੀਤ ਕੁਮਾਰ ਜਿਆਣੀ ਆਪਣੇ ਦਫ਼ਤਰ ਤੋਂ ਚਲੇ ਗਏ। ਦੇ ਜਿਹੜੇ ਰੇਲ ਰੋਕੋ ਅੰਦੋਲਨ ਹੈ, ਚਾਹੇ ਟੋਲ ਪਲਾਜ਼ਿਆਂ ਦੇ ਹੈ, ਉੱਥੇ ਅਸੀਂ ਲਗਾਤਾਰਤਾ ਦੇ ਵਿੱਚ ਸਾਡੀ ਸ਼ਮੂਲੀਅਤ ਹੋ ਰਹੀ ਹੈ। ਅੱਜ ਇੱਕ ਅਸੀਂ ਇਸ ਉਮੀਦ ਨਾਲ ਆਏ ਸੀ ਕਿ ਸ਼ਾਇਦ ਇੱਥੇ ਮੰਤਰੀ ਸਾਹਿਬ, ਪੁਰਾਣੇ ਸਾਬਕਾ ਮੰਤਰੀ ਸਾਹਿਬ ਬੈਠੇ ਹੋਣਗੇ, ਪਰ ਇੱਥੇ ਬੰਦ ਹੈ। ਇਸ ਕਰਕੇ ਅਸੀਂ ਇੱਥੇ ਕੁਝ ਦੇਰ ਲਈ ਇੱਥੇ ਬੈਠਾਂਗੇ, ਸਟੇਜ ਲਗਾਵਾਂਗੇ ਔਰ ਲੋਕਾਂ ਨੂੰ, ਆਸੇ-ਪਾਸੇ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਹੈਗਾ ਇਹ ਸਿਰਫ ਕਿਸਾਨ ਵਿਰੋਧੀ ਨਹੀਂ, ਇਹ ਸਮਾਜ ਵਿਰੋਧੀ ਵਰਤਾਰਾ ਜਿਹੜਾ ਹੈਗਾ ਮੋਦੀ ਸਰਕਾਰ ਕਰਨ ਜਾ ਰਹੀ ਹੈ। ਅੱਜ ਅਸੀਂ ਜੋ ਕਿਸਾਨ ਵਿਰੋਧੀ ਮੋਦੀ ਸਰਕਾਰ ਨੇ ਆਰਡੀਨੈਂਸ ਪਾਸ ਕਰਕੇ ਜਿਨ੍ਹਾਂ ਨੂੰ ਰਾਸ਼ਟਰਪਤੀ ਦੀ ਮੋਹਰ ਲਵਾ ਕੇ ਕਾਲੇ ਕਾਨੂੰਨ ਜਿਹੜੇ ਬਣਾ ਦਿੱਤੇ ਆ, ਜਿਨ੍ਹਾਂ ਰਾਹੀਂ ਕਿਸਾਨੀ ਨੂੰ ਨਹੀਂ ਇਕੱਲਾ ਖਤਰਾ ਗਾ, ਉਹਦੇ ਨਾਲ ਮਜ਼ਦੂਰ, ਆੜ੍ਹਤੀਏ, ਸ਼ੈਲਰਾਂ ਮਾਲਕ, ਜਿਹੜੇ ਛੋਟੇ ਦੁਕਾਨਦਾਰ ਆ, ਸਾਰਿਆਂ ਨੂੰ ਜਿਹੜਾ ਉਹਨਾਂ ਦੇ ਇੱਕ ਡੂੰਘੀ ਸੱਟ ਉਹਨਾਂ ਨੇ ਮਾਰੀ ਆ। ਜਿਹੜੇ ਇੱਕ ਤੀਰ ਨਾਲ ਕਈ ਨਿਸ਼ਾਨੇ ਮੋਦੀ ਸਰਕਾਰ ਲਾ ਰਹੀ ਆ, ਪਰ ਉਹਨਾਂ ਨੂੰ ਇਹ ਭੁਲੇਖਾ ਕਿ ਪੰਜਾਬ ਦੇ ਲੋਕ ਜਦੋਂ ਵੀ ਹਾਕਮਾਂ ਨੇ ਪੰਜਾਬ ਦੇ ਉੱਪਰ ਜਾਂ ਹਿੰਦੁਸਤਾਨ ਦੇ ਉੱਪਰ ਕੋਈ ਮੈਲੀ ਅੱਖ ਰੱਖੀ ਆ ਤੇ ਪੰਜਾਬ ਦੇ ਲੋਕਾਂ ਨੇ ਵੱਧ ਚੜ ਕੇ ਉਹ ਸੰਘਰਸ਼ ਦੇ ਵਿੱਚ ਉਹਨਾਂ ਜ਼ਾਲਮਾਂ ਦਾ ਸਾਹਮਣਾ ਜਿਹੜਾ ਕਰਨ ਵਾਸਤੇ ਆਪਦਾ ਯੋਗਦਾਨ ਆ ਜਿਹੜਾ ਸੰਘਰਸ਼ਾਂ ਦੇ ਵਿੱਚ ਪਾਇਆ। ਤੇ ਅਗਲੀ ਵੱਡੀ ਖਬਰ ਮੋਗਾ ਤੋਂ ਹੈ, ਜਿੱਥੇ ਪੁਲਿਸ ਨੇ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਸੰਬੰਧਿਤ 2 ਲੋਕਾਂ ਨੂੰ ਕਾਬੂ ਕਰਦਿਆਂ ਉਹਨਾਂ ਕੋਲੋਂ 2 ਦੇਸੀ ਪਿਸਤੌਲ, 13 ਜ਼ਿੰਦਾ ਕਾਰਤੂਸ ਅਤੇ ਚੋਰੀ ਦੇ ਮੋਟਰਸਾਈਕਲ ਤੋਂ ਇਲਾਵਾ ਕਾਰ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਐਸਐਸਪੀ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਹੈ ਕਿ ਪੁਲਿਸ ਨੇ ਇਸ ਤੋਂ ਪਹਿਲਾਂ ਦਵਿੰਦਰ ਬੰਬੀਹਾ ਗਰੁੱਪ ਦੇ 6 ਲੋਕਾਂ ਨੂੰ ਕਾਬੂ ਕੀਤਾ ਸੀ ਅਤੇ 2 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਵਿਅਕਤੀ ਗਰੁੱਪ ਦੇ ਸ਼ਾਰਪ ਸ਼ੂਟਰ ਹਨ। ਦਵਿੰਦਰ ਬੰਬੀਹਾ ਗਰੁੱਪ ਦੇ ਮੈਂਬਰ ਫੜੇ ਅਸੀਂ, ਪਹਿਲਾਂ 6 ਫੜੇ ਸੀ, 2 ਹੁਣ ਫੜੇ ਆ। ਸੋ ਇਹ ਜਿਹੜੇ ਬੇਸਿਕਲੀ 8 ਦੇ ਕਰੀਬ ਜਿਹੜੇ ਹੀਨੀਅਸ ਕ੍ਰਾਈਮ ਸੀਗੇ, ਸਮਾਲਸਰ, ਬਾਘਾ ਪੁਰਾਣਾ ਥਾਣਾ, ਕੋਟਕਪੂਰੇ 'ਚ ਵੀ ਗੋਲੀਆਂ ਚਲਾਈਆਂ ਇਹਨਾਂ ਨੇ, ਪੰਚਕੂਲੇ ਦੇ ਵਿੱਚ ਇਹ ਇੰਟਰਸਟੇਟ ਆਪਰੇਟ ਕਰ ਰਹੇ ਸੀਗੇ। ਆ ਹੁਣ ਰੀਸੈਂਟਲੀ ਆਪਣੇ ਜਿਹੜਾ ਚੌਲਾਂ ਦਾ ਵਪਾਰੀ ਸੀਗਾ ਉਹਦੇ ਗੋਲੀਆਂ ਮਾਰੀਆਂ ਇਹਨਾਂ ਨੇ, ਆਪਣੀ ਪੁਰਾਣੀ ਦਾਣਾ ਮੰਡੀ ਜਿਹੜੀ ਹੈਗੀ ਆ ਮੋਗੇ ਦੇ ਵਿੱਚ।
ਸੋ ਇਹਨਾਂ ਨੇ ਬੜੇ ਸੈਂਸੇਸ਼ਨਲ ਕ੍ਰਾਈਮ ਕੀਤੇ ਆ। ਇਹਨਾਂ ਦਾ ਤਰੀਕਾ ਵਾਰਦਾਤ ਇਹ ਸੀਗਾ ਵੀ ਇਹ 4-5 ਗੈਂਗਸਟਰ ਨੇ ਜਿਹੜੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਬੈਠੇ ਹੋਏ ਇੱਥੋਂ ਭੱਜੇ ਹੋਏ ਨੇ। ਕਈ ਮੁਕੱਦਮਿਆਂ 'ਚ ਉਹ ਲੋਕਲ ਪੁਲਿਸ ਨੂੰ ਜਾਂ ਹੋਰ ਪੰਜਾਬ ਦੀ ਪੁਲਿਸ ਨੂੰ ਵੀ ਇੱਥੇ ਲੜੀਂਦੇ ਨੇ। ਉਹ ਲੋਕਾਂ ਨੂੰ ਉਹਨਾਂ ਨੂੰ, ਕਿਉਂਕਿ ਉਹ ਪੁਰਾਣੇ ਗੈਂਗਸਟਰ ਰਹੇ, ਉਹਨਾਂ ਨੂੰ ਇੱਥੇ ਚੰਗੇ ਵਪਾਰਕ ਘਰਾਣਿਆਂ ਦਾ, ਚੰਗੇ ਬਿਜ਼ਨਸਮੈਨ ਫੈਮਲੀਜ਼ ਦਾ ਪਤਾ। ਕੁਛ ਉਹ ਨੈੱਟ ਨੁੱਟ ਤੋਂ ਵੀ ਸਹਾਰਾ ਲੈ ਕੇ ਉਹ ਇੱਥੋਂ ਇਨਫੋਰਮੇਸ਼ਨ ਕੱਢਦੇ ਰਹਿੰਦੇ ਆ। ਔਰ ਇਹ ਜਿਹੜੇ ਨਵੇਂ ਮੁੰਡੇ ਆ ਜਿਹੜੇ ਕਿ ਲੀਓਂ ਲੱਥੇ ਹੋਏ ਆ, ਔਰ ਇਹ ਕਈ ਕ੍ਰਿਮੀਨਲ ਦਿਮਾਗ ਵਾਲੇ ਆ। ਕਾਫੀ ਕ੍ਰਾਈਮ ਇਹਨਾਂ ਨੇ ਪਿਛਲੇ 1 ਸਾਲ ਦੇ ਵਿੱਚ ਹੀ 7-8 ਮੁਕੱਦਮੇ ਇਹਨਾਂ ਦੇ ਦਰਜ, 8-9 ਮੁਕੱਦਮੇ ਦਰਜ ਨੇ। ਤੇ ਅਗਲੀ ਖਬਰ ਦੀ ਵੱਲ ਕਰਦੇ ਹਾਂ। ਅੰਮ੍ਰਿਤਸਰ ਦੇ ਵਿੱਚ ਗੈਂਗਸਟਰ ਸੋਨੂ ਕੰਗਲਾ ਪੁਲਿਸ ਦੇ ਹੱਥੇ ਚੜ੍ਹ ਗਿਆ ਹੈ। ਅੰਮ੍ਰਿਤਸਰ ਪੁਲਿਸ ਤੇ CIA ਸਟਾਫ ਦੇ ਵੱਲੋਂ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕੀਤਾ ਗਿਆ। ਇਸ ਦੀ ਗ੍ਰਿਫਤਾਰੀ ਭਗਤਾ ਵਾਲਾ ਦਾਣਾ ਮੰਡੀ ਦੇ ਨਜ਼ਦੀਕ ਹੋਈ ਹੈ। ਗੈਂਗਸਟਰ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਅਤੇ ਗੈਂਗਸਟਰ ਮੋਨੂ ਮੋਟਾ ਵਿਆਹ ਸਮਾਗਮ ਦੇ ਵਿੱਚ ਫਾਇਰਿੰਗ ਮਾਮਲੇ ਦੇ ਵਿੱਚ 2 ਸਾਥੀਆਂ ਸਮੇਤ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਦੱਸੀਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਆਖਿਰਕਾਰ ਇਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਤੇ ਜਲਾਲਾਬਾਦ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਇੱਥੇ ਦੁਕਾਨ ਤੋਂ ਨਿਕਲ ਰਹੇ ਨੌਜਵਾਨਾਂ ਤੇ ਹਮਲਾ ਕੀਤਾ ਗਿਆ ਤੇ ਨਕਾਬਪੋਸ਼ਾਂ ਤੇ ਇਹ ਇਲਜ਼ਾਮ ਲੱਗੇ ਨੇ। ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਨੇ ਅਤੇ ਇਹ ਵਾਰਦਾਤਾਂ ਦਾ ਗ੍ਰਾਫ ਦਿਨੋਂ ਦਿਨ ਵਾਧਾ ਹੋਇਆ ਸੂਬੇ ਦੇ ਵਿੱਚ ਨਜ਼ਰ ਆ ਰਿਹਾ। ਕਿਸ ਤਰ੍ਹਾਂ ਦੇ ਨਾਲ ਲੋਕ ਹੁਣ ਸੁਰੱਖਿਅਤ ਨਹੀਂ ਰਹੇ। ਅਮਰੀਕਾ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਵੱਲੋਂ H-1B ਵੀਜ਼ੇ ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ। ਇਸ ਪਾਬੰਦੀਆਂ ਦੇ ਨਾਲ ਭਾਰਤ ਦੇ ਹਜ਼ਾਰਾਂ IT ਪੇਸ਼ੇਵਰ ਪ੍ਰਭਾਵਿਤ ਹੋਣਗੇ। H-1B ਸਖਤ ਕਰਨ ਤੋਂ ਪਹਿਲਾਂ ਹਜ਼ਾਰਾਂ ਭਾਰਤੀ ਆਪਣੀ ਨੌਕਰੀ ਗਵਾ ਚੁੱਕੇ ਨੇ। ਅਮਰੀਕੀ ਹਕੂਮਤ ਦਾ ਇਹ ਫੈਸਲਾ ਹੋਮਲੈਂਡ ਸਿਕਿਉਰਿਟੀ ਵਿਭਾਗ ਵੱਲੋਂ ਐਲਾਨਿਆ ਗਿਆ। ਇਸ ਬਾਬਤ ਗੱਲਬਾਤ ਕਰਦਿਆਂ ਹੋਮਲੈਂਡ ਸਿਕਿਉਰਿਟੀ ਵਿਭਾਗ ਦੀ ਐਕਟਿੰਗ ਸਕੱਤਰ ਚੈਡ ਵੁਲਫ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਕਾਨੂੰਨ ਦੇ ਦਾਇਰੇ 'ਚ ਅਮਰੀਕੀ ਕਾਮਿਆਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕੇਗੀ। ਦੱਸ ਦਈਏ ਕਿ H-1B ਇੱਕ ਗੈਰ ਇਮੀਗ੍ਰੇਸ਼ਨ ਵੀਜ਼ਾ ਹੈ ਜਿਹੜਾ ਕਿ ਅਮਰੀਕੀ ਕੰਪਨੀਆਂ ਦੇ ਵਿੱਚ ਸਿਧਾਂਤਕ ਅਤੇ ਤਕਨੀਕੀ ਮੁਹਾਰਤ ਪ੍ਰਾਪਤ ਵਿਦੇਸ਼ੀ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਇਸ ਅਧੀਨ ਹੀ ਭਾਰਤ ਅਤੇ ਚੀਨ ਤੋਂ ਹਰ ਸਾਲ ਕਈ ਹਜ਼ਾਰ ਮੁਲਾਜ਼ਮ ਇਸ ਵੀਜ਼ੇ ਜ਼ਰੀਏ ਨਿਯੁਕਤ ਹੁੰਦੇ ਨੇ। ਇਹ ਪਾਬੰਦੀਆਂ ਲਗਾਏ ਜਾਣ ਪਿੱਛੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਐਲਾਨ ਉਸ ਵਕਤ ਕੀਤਾ ਗਿਆ ਜਦੋਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਸਿਰਫ 4 ਹਫ਼ਤੇ ਹੀ ਰਹਿ ਗਏ ਨੇ। ਇਸ ਨਾਲ ਇੱਕ ਤਾਂ ਅਮਰੀਕੀ ਕਾਮਿਆਂ ਨੂੰ ਖੁਸ਼ ਕੀਤਾ ਜਾ ਰਿਹਾ ਹੈ, ਇਸ ਲਈ ਇਸ ਪਾਬੰਦੀ ਨੂੰ ਚੋਣਾਂ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਬਿਜਲੀ ਵਿਭਾਗ ਦੀ ਪੈਨਸ਼ਨਰ ਯੂਨੀਅਨ ਦੇ ਰਿਟਾਇਰ ਹੋਏ ਬਿਜਲੀ ਮੁਲਾਜ਼ਮ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਨ ਲਈ ਤਿਆਰ ਨੇ। ਸੂਬਾ ਸਰਕਾਰ ਨੂੰ ਵੀ ਘੇਰਨ ਦੀ ਰਣਨੀਤੀ ਉਹਨਾਂ ਵੱਲੋਂ ਬਣਾਈ ਜਾ ਰਹੀ ਹੈ ਤੇ ਇਸ ਗੱਲ ਦੀ ਜਾਣਕਾਰੀ ਪੈਨਸ਼ਨਰ ਯੂਨੀਅਨ ਪੰਜਾਬ ਪ੍ਰਧਾਨ ਅਵਿਨਾਸ਼ ਚੰਦਰ ਸ਼ਰਮਾ ਦੇ ਵੱਲੋਂ ਦਿੱਤੀ ਗਈ। ਇਹ ਆ ਕਿ ਜਿੱਥੇ ਸੂਬੇ ਦੇ ਮੁਲਾਜ਼ਮ ਨੇ ਉਹ ਚਾਹੇ ਮੌਜੂਦਾ ਜਾਂ ਹੋਣ ਜਾਂ ਫਿਰ ਜਿਹੜੇ ਹੈਗੇ ਆ ਰਿਟਾਇਰਡ ਹੋਰ ਮੁਲਾਜ਼ਮ ਹੋਣ, ਉਹ ਸਾਰੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਘੇਰਦੇ ਨਜ਼ਰ ਆਉਂਦੇ ਨੇ। ਕੇਂਦਰ ਸਰਕਾਰ ਖਿਲਾਫ ਵੀ ਲਗਾਤਾਰ ਕਿਸਾਨਾਂ ਦਾ ਧਰਨਾ ਚੱਲਦਾ ਤੇ ਤਸਵੀਰਾਂ ਦਿਖਾਊਂਗਾ ਮਲੇਰਕੋਟਲਾ ਦੇ ਉਹਨਾਂ ਪਾਵਰਕਾਮ ਰਿਟਾਇਰਡ ਹੋਏ ਮੁਲਾਜ਼ਮ ਪੈਨਸ਼ਨ ਯੂਨੀਅਨ ਦੇ ਆਗੂ ਨੇ ਜਿਹੜੇ ਅੱਜ ਪੰਜਾਬ ਦੇ ਵਿੱਚ ਇਕੱਤਰ ਹੋਏ ਨੇ ਤੇ ਪੰਜਾਬ ਪ੍ਰਧਾਨ ਵੀ ਇੱਥੇ ਪਹੁੰਚੇ ਨੇ, ਜਿਨ੍ਹਾਂ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਦਾ ਕੀ ਰਿਜ਼ਲਟ ਨਿਕਲਿਆ ਉਸ ਦੀ ਜਾਣਕਾਰੀ ਦੇਣ ਦੇ ਲਈ ਤੇ ਕੁਝ ਮੰਗਾਂ ਕਰਨ ਦੇ ਲਈ ਅਤੇ ਹੋਈਆਂ ਜਿੱਦਾਂ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਲੈ ਕੇ ਨਵਾਂ ਕਾਨੂੰਨ ਪਾਸ ਕੀਤਾ, ਉਹਦੀ ਜਿਹੜੀ ਹੈਗੀ ਆ ਵਿਰੋਧਤਾ ਕੀਤੀ ਗਈ ਆ। ਹੁਣ ਦੱਸ ਦਈਏ ਕਿ ਕਿਸਾਨਾਂ ਦੇ ਨਾਲ ਇਹ ਜਥੇਬੰਦੀ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ। ਵਧੇਰੇ ਜਾਣਕਾਰੀ ਲਈ ਗੱਲਬਾਤ ਕਰ ਲੈਂਦੇ ਆ ਪੈਨਸ਼ਨ ਯੂਨੀਅਨ ਦੇ ਪੰਜਾਬ ਪ੍ਰਧਾਨ ਨਾਲ। ਪ੍ਰਧਾਨ ਜੀ, ਕੀ ਕਹੋਗੇ ਅੱਜ ਕਿਹੜੀਆਂ ਮੰਗਾਂ ਤੇ ਅੱਜ ਜਿਹੜੀ ਵਿਚਾਰ ਵਿਮਰਸ਼ ਹੋਈ ਆ ਤੁਹਾਡਾ? ਪਹਿਲੀ ਗੱਲ ਤਾਂ ਜੀ ਮੈਂ ਕਰੂੰਗਾ ਜਿਹੜੀ ਕਿਸਾਨਾਂ ਦੀ ਲੜਾਈ ਚੱਲ ਰਹੀ ਹੈ ਉਹਦੇ ਅਸੀਂ ਹੱਕ 'ਚ ਬਕਾਇਦਾ ਅਸੀਂ ਉਹਨਾਂ ਦਾ ਸਾਥ ਦਿੰਦੇ ਹਾਂ। ਉਹ ਜਿਹੜੇ ਆਰਡੀਨੈਂਸ ਲੈਂਦੇ ਨੇ ਉਹ ਬਿਲਕੁਲ ਸਰਕਾਰ ਨੂੰ ਰੱਦ ਕਰਨੇ ਚਾਹੀਦੇ ਨੇ ਕਿਉਂਕਿ ਆਰਡੀਨੈਂਸ ਜਿਹੜੇ ਨੇ ਉਹ ਸਰਕਾਰ ਲਿਆ ਰਹੀ ਹੈ ਔਰ ਕਿਸਾਨ ਲਈ ਬਹੁਤ ਵੱਡਾ ਨੁਕਸਾਨ ਉਹਦਾ ਇਕੱਲੇ ਕਿਸਾਨਾਂ ਦਾ ਨਹੀਂ, ਉਹ 'ਚ ਆਮ ਲੋਕਾਂ ਦਾ ਨੁਕਸਾਨ ਹੈ। ਇਸ ਲਈ ਉਹਨਾਂ ਦਾ ਅਸੀਂ ਬਿਲਕੁਲ ਕਿਸਾਨਾਂ ਦਾ ਅਸੀਂ ਬਿਲਕੁਲ ਸਮਰਥਨ ਕਰਦੇ ਹਾਂ, ਉਹਨਾਂ ਦੀ ਲੜਾਈ ਵੀ ਲੜਦੇ ਹਾਂ। ਉਹ ਜਿਸ ਤੱਕ ਸਾਡੀ ਆਪਣੀਆਂ ਮੰਗਾਂ ਦੀ ਗੱਲ ਹੈ ਉੱਥੇ ਅਸੀਂ ਲਗਾਤਾਰ ਬਿਜਲੀ ਬੋਰਡ ਦੇ ਖਿਲਾਫ ਅਸੀਂ ਲੜਦੇ ਆ ਰਹੇ ਹਾਂ, ਬਹੁਤ ਦੇਰ ਤੋਂ ਲੜਦੇ ਆ ਰਹੇ ਹਾਂ, ਪਰ ਬਿਜਲੀ ਬੋਰਡ ਸਾਡੀਆਂ ਮੰਗਾਂ ਮੰਨਣ ਦੀ ਬਜਾਏ ਸਾਨੂੰ ਟਾਲ ਮਟੋਲ ਕਰਦਾ ਰਿਹਾ ਔਰ ਪਿਛਲੇ ਸਮੇਂ ਦੌਰਾਨ ਅਸੀਂ ਕਾਫੀ ਧਰਨੇ ਬੋਰਡ ਦੇ ਖਿਲਾਫ ਦਿੱਤੇ ਨੇ
ਪਰ ਬੋਰਡ ਨੇ ਕੋਈ ਉੱਥੇ ਗੱਲ ਕਰਨ ਦੀ ਗੱਲ ਨਹੀਂ ਕੀਤੀ ਗਈ। ਬਿਲਕੁਲ ਪ੍ਰਧਾਨ ਜੀ, ਕੀ ਕਹੋਗੇ ਨਵੇਂ ਜਿਹੜੇ ਮੁਲਾਜ਼ਮ ਨੇ ਪਾਵਰਕਾਮ 'ਚ ਭਰਤੀ ਹੋਏ ਉਹਨਾਂ ਨੂੰ ਨਾਲ ਲੈ ਕੇ ਪੈਨਸ਼ਨ ਯੂਨੀਅਨ ਚੱਲੇਗੀ ਤਾਂ ਜੋ ਪਾਵਰਕਾਮ ਨੂੰ ਇੱਕ ਜਿਹੜਾ ਹੈਗਾ ਘੇਰਿਆ ਜਾ ਸਕੇ ਆਪਣੀਆਂ ਮੰਗਾਂ ਨੂੰ ਲੈ ਕੇ? ਬਿਲਕੁਲ, ਸਾਡੀ ਜਿਹੜੀ ਪੈਨਸ਼ਨ ਐਸੋਸੀਏਸ਼ਨ ਹੈ ਪਿਛਲੇ 2 ਸਾਲ ਤੋਂ ਕੋਸ਼ਿਸ਼ ਕਰ ਰਹੀ ਹੈ ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹਨਾਂ ਨਾਲ ਤਾਲਮੇਲ ਕੀਤਾ ਜਾਵੇ। ਪਿਛਲੇ ਦਿਨਾਂ 'ਚ ਤਾਲਮੇਲ ਕਮੇਟੀ ਇਸ ਵਕਤ ਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ, ਜਿੱਥੇ ਕਿ ਇੱਕ ਮਹਿਲਾ ਦੇ ਨਾਲ ਗੈਂਗ ਰੇਪ ਕੀਤਾ ਗਿਆ ਤੇ ਨੌਜਵਾਨਾਂ ਦੇ ਵੱਲੋਂ ਮਹਿਲਾ ਨੂੰ ਗੱਡੀ ਦੇ ਵਿੱਚ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਉਸ ਦੀ 10 ਸਾਲ ਦੀ ਬੱਚੀ ਉਸ ਦੇ ਨਾਲ ਸੀ। ਜਬਰ ਜਨਾਹ ਤੋਂ ਬਾਅਦ ਚਲਦੀ ਗੱਡੀ ਤੋਂ ਮਾਂ ਧੀ ਨੂੰ ਬਾਹਰ ਸੁੱਟ ਦਿੱਤਾ ਗਿਆ। ਦੱਸ ਦਈਏ ਕਿ ਉਸ ਦੀ 10 ਸਾਲ ਦੀ ਬੱਚੀ ਉਸ ਦੇ ਨਾਲ ਸੀ ਅਤੇ 3 ਨੌਜਵਾਨਾਂ ਨੇ ਚਲਦੀ ਗੱਡੀ ਦੇ ਵਿੱਚ ਹਵਸ ਦਾ ਸ਼ਿਕਾਰ ਬਣਾਇਆ। ਜਬਰ ਜਨਾਹ ਤੋਂ ਬਾਅਦ ਚਲਦੀ ਗੱਡੀ ਤੋਂ ਮਾਂ ਧੀ ਨੂੰ ਬਾਹਰ ਸੁੱਟ ਦਿੱਤਾ। ਅੰਮ੍ਰਿਤਸਰ ਦੇ ਵਿੱਚ ਮਹਿਲਾ ਦੇ ਨਾਲ ਗੈਂਗ ਰੇਪ ਦਾ ਇਹ ਮਾਮਲਾ ਸਾਹਮਣੇ ਆਇਆ ਹੈ। ਹਾਥਰਸ, ਯੂਪੀ ਦਾ ਹਾਥਰਸ ਹਜੇ ਤੱਕ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਤੇ ਹੁਣ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਦਾ ਵਾਪਰ ਜਾਣਾ ਬੇहद ਮੰਦਭਾਗਾ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਸਾਡੇ ਸਹਿਯੋਗੀ ਪੱਤਰਕਾਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ, ਗੱਲਬਾਤ ਕਰਾਂਗੇ। ਸੁਖਚੈਨ, ਕੀ ਮਾਮਲਾ ਆਖਿਰਕਾਰ ਤੇ ਕਿਸ ਤਰ੍ਹਾਂ ਦੇ ਨਾਲ ਇਸ ਦੀ ਜਾਣਕਾਰੀ ਮਿਲੀ ਹੈ ਕਿ ਕਿਤੇ ਕੀ ਮਾਂ ਧੀ ਦੋਨੇ ਸੁਰੱਖਿਅਤ ਨੇ? ਜੀ ਬਿਲਕੁਲ, ਫਿਲਹਾਲ ਦੇਖਿਆ ਜਾਵੇ ਤਾਂ ਮਾਂ ਦੇ ਉੱਤੇ ਕਾਫੀ ਸੱਟਾਂ ਲੱਗੀਆਂ ਨੇ, ਬਾਂਹ ਵੀ ਟੁੱਟੀ ਹੋਈ ਆ ਤਾਂ ਬਾਕੀ ਵੀ ਕਾਫੀ ਚੋਟਾਂ ਲੱਗੀਆਂ ਕਿਉਂਕਿ ਚੱਲਦੀ ਗੱਡੀ ਤੋਂ ਜਿਸ ਤਰ੍ਹਾਂ ਕੀ ਜਾਣਕਾਰੀ ਦਿੱਤੀ ਗਈ ਹੈ ਉਸ ਔਰਤ ਵੱਲੋਂ ਕਿ ਮੈਨੂੰ ਚੱਲਦੀ ਗੱਡੀ ਤੋਂ ਸੁੱਟ ਦਿੱਤਾ ਗਿਆ ਸੀ ਤਾਂ ਇੱਕ ਛੋਟੀ ਜਿਹੜੀ ਉਹਦੀ ਬੇਟੀ ਉਹਦੇ ਨਾਲ ਸੀ ਉਹਨੂੰ ਵੀ ਮਗਰੇ ਹੀ ਸੁੱਟ ਦਿੱਤਾ ਗਿਆ ਸੀ ਤੇ ਦੋਨਾਂ ਮਾਵਾਂ ਧੀਆਂ ਦੇ ਸੱਟਾਂ ਤੇ ਲੱਗੀਆਂ ਨੇ, ਪਰ ਮਾਂ ਦੇ ਥੋੜੀ ਜ਼ਿਆਦਾ ਸੱਟਾਂ ਲੱਗੀ ਕਿਉਂਕਿ ਸੀਟ ਤੋਂ ਥੋੜੀ ਨਹੀਂ ਭਾਰੀ ਸੀ ਤੇ ਇਸ ਕਰਕੇ ਡਿੱਗਣ ਦੇ ਨਾਲ ਕਾਫੀ ਚੋਟਾਂ, ਆਪਣਾ ਹੀ ਵਜਨ ਜਿਹੜਾ ਇੰਨਾ ਪੈ ਗਿਆ ਸੀ ਕਿ ਜਿਹਦੇ ਨਾਲ ਉਹਨੂੰ ਕਾਫੀ ਚੋਟਾਂ ਲੱਗੀਆਂ ਨੇ। ਤਾਂ ਹੁਣ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਇਕੱਠੀ ਕਰਕੇ ਤੇ ਫਿਰ ਮੀਡੀਆ ਨਾਲ ਸਾਂਝੀ ਕੀਤੀ ਜਾਏਗੀ। ਲਗਾਤਾਰ ਪੁਲਿਸ ਵੱਲੋਂ ਤਸਵੀਰਾਂ CCTV ਦੀਆਂ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਜਿਹੜੇ ਹੋਟਲ ਦੇ ਵਿੱਚ ਇਸ ਮਹਿਲਾ ਨੂੰ ਉਹ ਨੌਜਵਾਨ ਲੈ ਕੇ ਗਏ ਸੀ ਤਾਂ ਉਹ ਹੋਟਲ ਦੇ ਨਾਲ ਵੀ ਕਿਤੇ ਨਾ ਕਿਤੇ ਜਿਹੜਾ ਉਹਦਾ ਰਿਕਾਰਡ ਪੂਰਾ ਚੈੱਕ ਕੀਤਾ ਜਾ ਰਿਹਾ ਕਿ ਉਹ ਨੌਜਵਾਨ ਜਦੋਂ ਇੱਥੇ ਲੈ ਕੇ ਆਏ ਸੀ ਕਿ ਇੱਥੇ ਐਂਟਰੀ ਪਈ ਸੀ ਹੋਟਲ ਦੇ ਵਿੱਚ ਤਾਂ ਕਿ ਨਹੀਂ ਪਈ ਸੀ ਤੇ ਨਾਲ CCTV ਕੈਮਰੇ ਦੀ ਫੁਟੇਜ ਵੀ ਖੰਗਾਲ ਲਈ ਜਾਂਦੀ ਹੈ। ਜੀ ਤੇ ਕੀ ਜਾਣਕਾਰੀ ਹੈ ਕਿ ਇਹ ਮਹਿਲਾ ਜਿਹੜੀ ਉਹਨਾਂ ਨੌਜਵਾਨਾਂ ਨੂੰ ਜਾਣਦੀ ਸੀ? ਕਿਉਂਕਿ ਜੇ ਹੋਟਲ ਦੇ ਵਿੱਚ ਇਹ ਉਹਨਾਂ ਨੌਜਵਾਨਾਂ ਦੇ ਕੋਲ ਗਈ ਸੀ ਜਾਂ ਉਹਨਾਂ ਦੇ ਨਾਲ ਗਈ ਸੀ ਤਾਂ ਇਹਦੇ ਵਿੱਚ ਇਹ ਕਿਆਸ ਨੇ ਕਿ ਇਹ ਮਹਿਲਾ ਜਾਣਦੀ ਹੋਵੇਗੀ ਇਹਨਾਂ ਨੌਜਵਾਨਾਂ ਨੂੰ। ਫਿਲਹਾਲ ਜਿਸ ਤਰ੍ਹਾਂ ਮਹਿਲਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਸੱਭਿਆਚਾਰ ਦਾ ਕੰਮ ਕਰਦੀ ਹੈ ਤਾਂ ਕੋਈ ਵੀ ਨੰਬਰ ਕਿਤੇ ਨਾ ਕਿਤੇ ਅਰੇਂਜ ਕਰ ਲੈਂਦਾ ਤੇ ਇਸ ਮਹਿਲਾ ਨੂੰ ਇੱਕ ਲੜਕੀ ਵੱਲੋਂ ਫੋਨ ਕੀਤਾ ਗਿਆ ਸੀ 6 ਤਰੀਕ ਨੂੰ ਕਿ ਫੋਨ ਕੀਤਾ ਗਿਆ ਸੀ ਕਿ ਤੁਸੀਂ ਜਿਹਦੇ ਨਾਲ ਕੰਮ ਕਰਦੇ ਜੇ ਉਹਦਾ ਐਕਸੀਡੈਂਟ ਹੋ ਚੁੱਕਿਆ। ਤਾਂ ਇਹ ਮਹਿਲਾ ਵੱਲੋਂ ਕਿਹਾ ਗਿਆ ਕਿ ਮੈਂ ਘਬਰਾਈ ਉਸੇ ਵਕਤ ਬੱਸ 'ਚ ਬੈਠ ਕੇ, ਕਿਉਂਕਿ ਅੰਮ੍ਰਿਤਸਰ ਦੇ ਲਾਗੇ ਇੱਕ ਪਿੰਡ ਦੇ ਵਿੱਚ ਦਾ ਘਰ ਹੈ ਉਹ ਮਹਿਲਾ ਦਾ, ਤਾਂ ਬੱਸ ਵਿੱਚ ਬੈਠ ਕੇ ਸਿੱਧੀ ਅੰਮ੍ਰਿਤਸਰ ਪਹੁੰਚੀ। ਜਿੱਦਾਂ ਹੀ ਅੰਮ੍ਰਿਤਸਰ ਬੱਸ ਅੱਡੇ ਦੇ ਉੱਤੇ ਪਹੁੰਚਦੀ ਹੈ ਤਾਂ ਉਸ ਜਿਹਦੇ ਲੜਕੇ ਵੱਲੋਂ ਫੋਨ ਕੀਤਾ ਜਾਂਦਾ ਉਸੇ ਵੇਲੇ ਇਹਦੇ ਲਾਗੇ ਪਹੁੰਚਦਾ ਹੈ ਤੇ ਸਭ ਤੋਂ ਪਹਿਲਾਂ ਇਹਨੂੰ ਕੋਲਡ ਡਰਿੰਕ ਪਿਆਉਂਦਾ ਤੇ ਜਿੱਦਾਂ ਹੀ ਕੋਲਡ ਡਰਿੰਕ ਪੀਂਦੀ ਹੈ ਤਾਂ ਮਹਿਲਾ ਦੇ ਮੁਤਾਬਕ ਉਸੇ ਵਕਤ ਮੇਰਾ ਸਿਰ ਕਹਿੰਦੀ ਚਕਰਾਉਣ ਲੱਗ ਪਿਆ। ਤਾਂ ਇਸ ਲੜਕੇ ਵੱਲੋਂ ਜਦੋਂ ਮੈਨੂੰ ਤੇ ਮੇਰੀ ਲੜਕੀ ਨੂੰ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਤੇ ਉਸ ਗੱਡੀ ਦੇ ਵਿੱਚ ਪਹਿਲਾਂ ਹੀ 2 ਨੌਜਵਾਨ ਮੌਜੂਦ ਹੁੰਦੇ ਆ ਤੇ 3 ਨੌਜਵਾਨ ਸਾਨੂੰ ਬਿਠਾ ਕੇ ਤਾਂ ਸਿੱਧਾ ਹੀ ਹੋਟਲ ਦੇ ਵਿੱਚ ਲੈ ਜਾਂਦੇ। ਉਸ ਤੋਂ ਬਾਅਦ ਇੱਕ ਇੱਕ ਕਰਕੇ 3 ਜਣੇ ਇਹ ਬਲਾਤਕਾਰ ਕਰਦੇ ਆ ਤਾਂ ਉਸ ਤੋਂ ਬਾਅਦ ਫਿਰ ਗੱਡੀ ਵਿੱਚ ਬਿਠਾ ਕੇ ਤਾਂ ਚੱਲਦੀ ਗੱਡੀ ਤੋਂ ਰੋਡ ਦੇ ਉੱਤੇ ਸੁੱਟ ਕੇ ਚਲੇ ਜਾਂਦੇ ਨੇ। ਤਾਂ ਉਸ ਤੋਂ ਬਾਅਦ ਮਹਿਲਾ ਜਿਹੜੀ ਆ ਕਿਤੇ ਨਾ ਕਿਤੇ ਸਦਮੇ ਦੇ ਵਿੱਚ ਰਹਿੰਦੀ ਆ। ਮਹਿਲਾ ਕਹਿੰਦੀ ਕਿ ਮੈਂ ਡਿਪਰੈਸ਼ਨ ਦੇ ਵਿੱਚ ਰਹੀ ਸੀ, ਉਸ ਤੋਂ ਬਾਅਦ ਮੈਨੂੰ ਸੱਟਾਂ ਵੀ ਲੱਗੀਆਂ ਸੀ ਤਾਂ ਇਸ ਹਾਲਾਤ ਵਿੱਚ ਨਹੀਂ ਸੀ ਕਿ ਮੈਂ ਕਿਸੇ ਨੂੰ ਦੱਸਾਂ। ਦੂਸਰੀ ਗੱਲ ਮਹਿਲਾ ਦੇ ਦਿਲ 'ਚ ਇਹ ਵੀ ਆ ਰਿਹਾ ਸੀ ਕਿ ਪਤਾ ਨਹੀਂ ਮੇਰੀ ਗੱਲ ਦਾ ਕੋਈ ਯਕੀਨ ਕਰਦਾ ਹੈ ਕਿ ਨਹੀਂ ਕਰਦਾ। ਉਸ ਤੋਂ ਬਾਅਦ ਜਿਸ ਤਰ੍ਹਾਂ ਕਿਸੇ ਮੋਹਤਵਾਰਾਂ ਨਾਲ ਗੱਲ ਉਸੇ ਪਿੰਡ ਦੇ ਵਿੱਚ ਕੀਤੀ ਤਾਂ ਫਿਰ ਮੋਹਤਵਾਰਾਂ ਨੇ ਅਗਾਂਹ ਲਾ ਕੇ ਪੁਲਿਸ ਨੂੰ ਕੰਪਲੇਂਟ ਲਿਖਾਈ ਤੇ ਪੁਲਿਸ ਵੱਲੋਂ ਰਾਤ ਦੀ ਜਾਣਕਾਰੀ ਜਿਹੜੀ ਆ ਉਹ ਜੁਟਾਣੀ ਸ਼ੁਰੂ ਕਰ ਦਿੱਤੀ ਗਈ ਹੈ। ਜੀ ਸੁਖਚੈਨ, ਇਸ ਮਾਮਲੇ ਦੇ ਵਿੱਚ ਕੀ ਮਹਿਲਾ ਦਾ ਮੈਡੀਕਲ ਹੋ ਗਿਆ? ਬਿਲਕੁਲ, ਰਾਤ ਇਹਦਾ ਮੈਡੀਕਲ ਵੀ ਰਾਤ ਹੀ ਕਰਵਾ ਲਿੱਤਾ ਗਿਆ ਸੀ। ਇਹ ਕਨਫਰਮ ਹੋ ਚੁੱਕਿਆ ਵਾ, ਪੁਲਿਸ ਵੱਲੋਂ ਕਹਿ ਦਿੱਤਾ ਗਿਆ ਕਿ ਵਾਕਿਆ ਹੀ ਇਹਦਾ ਜਿਹੜਾ ਵਾ ਲੜਕੀ ਦੇ ਨਾਲ ਗੈਂਗ ਰੇਪ ਹੋਇਆ ਵਾ ਤਾਂ ਪੁਲਿਸ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੁਣ ਤੇ ਜਾਣਕਾਰੀ ਤੇ ਜੁਟਾਈ ਵੀ ਜਾ ਰਹੀ ਹੈ, ਪਛਾਣ ਵੀ ਕੀਤੀ ਜਾ ਰਹੀ ਹੈ, ਪਰ ਜਿੰਨੀ ਕਿ ਇਨਫੋਰਮੇਸ਼ਨ ਔਰਤ ਵੱਲੋਂ ਦਿੱਤੀ ਗਈ ਉਹਦੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਦਾ ਲੜਕੀਆਂ ਦਾ ਪਿੰਡ ਵਾ ਉੱਥੇ ਜਾ ਕੇ ਛਾਪੇਮਾਰੀ ਸ਼ੁਰੂ ਵੀ ਕਰ ਦਿੱਤੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਸੁਖਚੈਨ ਤਮਾਮ ਜਾਣਕਾਰੀ ਦੇ ਲਈ। ਤਾਂ ਦੱਸ ਦਈਏ ਕਿ ਇਹ ਮਾਮਲਾ ਅੰਮ੍ਰਿਤਸਰ ਦਾ, ਜਿੱਥੇ ਇੱਕ ਮਹਿਲਾ ਨੇ ਇਲਜ਼ਾਮ ਲਗਾਏ ਨੇ ਕਿ 3 ਨੌਜਵਾਨਾਂ ਨੇ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ ਤੇ ਜਬਰ ਜਨਾਹ ਕਰਨ ਤੋਂ ਬਾਅਦ ਚਲਦੀ ਗੱਡੀ ਦੇ ਵਿੱਚੋਂ ਮਾਂ ਧੀ ਨੂੰ ਸੁੱਟ ਦਿੱਤਾ। ਉਸਦੀ 10 ਸਾਲ ਦੀ ਬੱਚੀ ਉਸਦੇ ਨਾਲ ਸੀ ਅਤੇ ਇਹ ਦੱਸਿਆ ਗਿਆ ਸਾਡੇ ਪੱਤਰਕਾਰ ਦੇ ਵੱਲੋਂ ਕਿ ਦੋਹਾਂ ਦੇ ਕਾਫੀ ਸੱਟਾਂ ਵੀ ਲੱਗੀਆਂ ਨੇ। ਮਹਿਲਾ ਦੇ ਨਾਲ ਗੈਂਗ ਰੇਪ ਦੀ ਇਹ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤੇ ਇਲਜ਼ਾਮ ਨੇ ਕਿ 3 ਨੌਜਵਾਨਾਂ ਵੱਲੋਂ ਮਹਿਲਾ ਦੇ ਨਾਲ ਬਲਾਤਕਾਰ ਕੀਤਾ ਗਿਆ ਅਤੇ ਮਾਂ ਸਮੇਤ
ਸੜਕ ਤੇ 10 ਸਾਲ ਦੀ ਬੱਚੀ ਚਲਦੀ ਗੱਡੀ ਦੇ ਵਿੱਚੋਂ ਸੁੱਟ ਦਿੱਤੇ ਗਏ। ਸਿਹਤ ਵਿਭਾਗ ਦੇ ਵੱਲੋਂ ਹੁਸ਼ਿਆਰਪੁਰ ਦੇ ਮਾਲ ਰੋਡ ਵਿਖੇ ਈਜ਼ੀ ਡੇ ਮਾਲ ਅਤੇ ਸਬਵੇ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਖਾਦ ਪਦਾਰਥਾਂ ਦੇ ਸੈਂਪਲ ਲਏ ਗਏ ਨੇ, ਜਿਨ੍ਹਾਂ ਨੂੰ ਅਗਲੀ ਜਾਂਚ ਲਈ ਫੂਡ ਲੈਬ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਹੈ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸਾਫ਼ ਸੁਥਰਾ, ਮਿਲਾਵਟ ਰਹਿਤ ਅਤੇ ਮਿਆਰੀ ਖਾਣ ਪੀਣ ਮੁਹੱਈਆ ਕਰਵਾਉਣਾ ਹੀ ਉਹਨਾਂ ਦੀ ਡਿਊਟੀ ਹੈ। ਉਹਨਾਂ ਕਿਹਾ ਕਿ ਚੈਕਿੰਗ ਦੌਰਾਨ ਉਹਨਾਂ ਟਰਾਂਸ ਫੈਟ ਤੇਲ ਨੂੰ ਨਸ਼ਟ ਕਰਵਾਇਆ ਅਤੇ ਜਿਨ੍ਹਾਂ ਦੁਕਾਨਦਾਰਾਂ ਦੀ ਫੂਡ ਸੇਫਟੀ ਐਕਟ ਤਹਿਤ ਰਜਿਸਟ੍ਰੇਸ਼ਨ ਲਾਇਸੈਂਸ ਨਹੀਂ ਸਨ, ਉਹਨਾਂ ਨੂੰ ਨੋਟਿਸ ਦੇ ਕੇ ਅਗਲੇ ਹੁਕਮਾਂ ਤੱਕ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ। ਸੋ ਫਿਲਹਾਲ ਇਹਨਾਂ ਖਬਰਾਂ ਦੇ ਵਿੱਚ ਇੰਨਾ ਹੀ, ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਨਜ਼ਰ ਪਾ ਲੈਂਦੇ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ। ਖੇਤੀ ਐਕਟਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਹਰਿਆਣਾ ਦੇ ਕਿਸਾਨਾਂ ਦੇ ਨਾਲ ਇਕਜੁੱਟਤਾ ਦਿਖਾਉਣ ਦੇ ਲਈ ਅੱਜ ਜਾਰੀ ਰਹੇਗਾ ਚੱਕਾ ਜਾਮ। ਕੇਂਦਰ ਦੇ ਨਾਲ ਨਹੀਂ ਹੋਵੇਗੀ ਗੱਲਬਾਤ, ਸੰਘਰਸ਼ ਦਾ ਰਸਤਾ ਅੱਗੇ ਵੀ ਰਹੇਗਾ ਜਾਰੀ। ਮੋਗਾ 'ਚ ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ। ਪਿਸਤੌਲ ਤੇ ਜ਼ਿੰਦਾ ਕਾਰਤੂਸਾਂ ਸਮੇਤ ਚੋਰੀ ਦੇ ਮੋਟਰਸਾਈਕਲ ਤੇ ਗੱਡੀ ਬਰਾਮਦ। ਗਿਰੋਹ ਦੇ 6 ਮੈਂਬਰਾਂ ਨੂੰ ਪਹਿਲਾਂ ਹੀ ਪੁਲਿਸ ਕਰ ਚੁੱਕੀ ਹੈ ਕਾਬੂ। ਸਮਾਜ ਵਿਰੋਧੀ ਅੰਸਰਾਂ ਦੇ ਹੌਸਲੇ ਬੁਲੰਦ। ਲੁਧਿਆਣਾ ਦੇ ਪੌਸ਼ ਇਲਾਕੇ ਦੇ ਵਿੱਚ ਦਿਨ ਦਿਹਾੜੇ ਵਾਰਦਾਤਾਂ। ਗੁਰਦੇਵ ਨਗਰ 'ਚ ਬਜ਼ੁਰਗ ਜੋੜੇ ਨੂੰ ਬੰਨ੍ਹ ਕੇ ਕੀਤੀ ਲੁੱਟ। ਕਰਨੈਲ ਨਗਰ ਦੇ ਵਿੱਚ ਮਾਂ ਧੀ ਨੂੰ ਕਤਲ ਕਰਨ ਦੀ ਕੋਸ਼ਿਸ਼। ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਹੋਇਆ ਦੇਹਾਂਤ। ਕੁਝ ਦਿਨਾਂ ਤੋਂ ਚੱਲ ਰਹੇ ਸਨ ਬਿਮਾਰ। ਦਿੱਲੀ ਦੇ ਐਸਕॉट ਹਸਪਤਾਲ ਦੇ ਵਿੱਚ ਲਈ ਆਖਰੀ ਸਾਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸ਼ਖਸੀਅਤਾਂ ਦੇ ਵੱਲੋਂ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ। ਸੋ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇਹ ਨਹੀਂ। ਜੇਕਰ ਤੁਹਾਡੇ ਕੋਲ ਇਸ ਬਾਬਤ ਕੋਈ ਵੀ ਸੁਝਾਅ ਜਾਂ ਜਾਣਕਾਰੀ ਹੈ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ news@fastway.in ਤੇ। ਇਸ ਤੋਂ ਇਲਾਵਾ ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastway.in ਤੇ। ਹੁਣ ਮੈਨੂੰ ਦੇ ਇਜਾਜ਼ਤ, ਧੰਨਵਾਦ।